ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇਮੀਗ੍ਰੇਸ਼ਨ ਗੁਰੂ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਸੰਬੰਧੀ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਇਹ ਅਪਡੇਟਸ ਤੁਹਾਡੇ ਲਈ ਹਰ ਵਾਰ ਇੱਕ ਨਵੇਂ ਇਮੀਗ੍ਰੇਸ਼ਨ ਐਕਸਪਰਟ ਲੈ ਕੇ ਹਾਜ਼ਰ ਹੁੰਦੇ ਨੇ। ਅੱਜ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਅਤੇ ਇਮੀਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਨਵੀਆਂ ਅਪਡੇਟਸ ਆਉਣ ਵਾਲੀਆਂ ਨੇ ਜਾਂ ਕੀ ਆਈਆਂ ਨੇ, ਇਹਨਾਂ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮਨੂ ਜੀ, ਤੁਹਾਡਾ ਸਵਾਗਤ ਹੈ ਜੀ ਸਟੂਡੀਓ ਵਿੱਚ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਅਤੇ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਸਿਮਰਤ ਜੀ ਥੈਂਕ ਯੂ ਤੁਹਾਡਾ ਆਉਣ ਲਈ। ਅੱਛਾ ਮਨੂ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿਉਂਕਿ ਪੈਂਡੈਮਿਕ ਹਜੇ ਵੀ ਇਹਦੀ ਮਾਰ ਚੱਲ ਰਹੀ ਹੈ, ਲੋਕ ਚੱਲ ਰਹੇ ਨੇ ਇਹਦੀ ਮਾਰ। ਸੋ ਇਸ ਪੈਂਡੈਮਿਕ ਦੌਰਾਨ ਬਹੁਤ ਸਾਰੇ ਜਿਹੜੇ ਬਿਜ਼ਨਸ ਸੀ, ਕੁਛ ਤਾਂ ਇਸ ਤਰ੍ਹਾਂ ਹੋਇਆ ਵੀ ਉਹਨਾਂ ਦੇ ਵਿੱਚ ਕਾਫੀ ਬੂਮ ਆਇਆ ਅਤੇ ਕੁਛ ਬਿਜ਼ਨਸ ਇੱਦਾਂ ਦੇ ਸੀ ਜਿਹੜੇ ਬਿਲਕੁਲ ਹੀ ਡੁੱਬ ਗਏ। ਸੋ ਜੋਬਸ ਦੇ ਵਿੱਚ ਕਾਫੀ ਪ੍ਰੋਬਲਮਸ ਆਈ, ਕਾਫੀ ਜਿਹੜਾ ਆਪਣਾ ਬੇਰੁਜ਼ਗਾਰੀ ਦਰ, ਜਿਹੜੀ ਇੰਪਲੋਇਮੈਂਟ ਰੇਟ ਸੀ, ਅਨਇੰਪਲੋਇਮੈਂਟ ਕਾਫੀ ਉੱਪਰ ਚਲੇ ਗਿਆ ਸੀਗਾ। ਹੁਣ ਹੌਲੀ ਹੌਲੀ ਰਿਵਾਈਵ ਹੋ ਰਿਹਾ ਹੈ। ਸੋ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੋਬਸ ਤੋਂ। ਵੀ ਤੁਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸੋ ਵੀ ਕੀ ਚੱਲ ਰਿਹਾ ਜੋਬਸ ਦੇ ਵਿੱਚ ਜਾਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਿਮਰਤ ਸਾਹਿਬ ਕਿ ਬੜੇ ਸਾਰੇ ਡਰਾਸਟਿਕ ਚੇਂਜਸ ਆਏ ਕੋਵਿਡ ਦੇ ਪੈਂਡੈਮਿਕ ਦੇ ਡਿਊਰਿੰਗ। ਬਿਲਕੁਲ। ਐਂਡ ਬਹੁਤ ਸਾਰੀ ਇੰਡਸਟਰੀਜ਼ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਅਸੀਂ ਗੋਲਡ ਸਟੈਂਡਰਡ ਇੰਡਸਟਰੀਜ਼ ਸਮਝਦੇ ਸੀਗੇ, ਰਾਈਟ। ਉਹਨਾਂ ਨੂੰ ਡਰਾਸਟਿਕ ਲਾਸ ਹੋਇਆ, ਕਿਉਂਕਿ ਉਹਨਾਂ ਨੂੰ ਬਿਜ਼ਨੈਸਿਸ ਬੰਦ ਕਰਨੇ ਪਏ। 1.5 ਸਾਲ ਕੋਈ ਬਿਜ਼ਨਸ ਨਹੀਂ ਹੋਇਆ। ਸੋ ਦੇ ਵਰ ਡੀਪਲੀ ਇੰਪੈਕਟਡ। ਬਟ ਇਹਦੇ ਨਾਲ ਨਾਲ ਕੁਛ ਇੰਡਸਟਰੀਜ਼ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਡਰਾਸਟਿਕਲੀ ਗਰੋ ਵੀ ਕੀਤੀਆਂ। ਸੋ ਅਸੀਂ ਗੱਲ ਕਰੀਏ ਕੰਸਟਰਕਸ਼ਨ ਇੰਡਸਟਰੀ ਦੀ, ਅਸੀਂ ਰੈਸਟੋਰੈਂਟ ਇੰਡਸਟਰੀ ਦੀ ਗੱਲ ਕਰੀਏ, ਜਿਹੜੇ ਟੇਕ ਆਊਟਸ ਵਾਲਾ ਬਿਜ਼ਨਸ ਸੀਗਾ ਉਹ ਡਰਾਸਟਿਕਲੀ ਗਰੋ ਵੀ ਕੀਤਾ। ਬਿਲਕੁਲ। ਸੋ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਇੱਥੇ ਕਿ ਬਹੁਤ ਸਾਰੇ ਬਿਜ਼ਨਸਿਸ ਇਹੋ ਜਿਹੇ ਅੱਜ ਵੀ ਐਗਜ਼ਿਸਟ ਕਰਦੇ ਨੇ ਕੈਨੇਡਾ ਦੇ ਵਿੱਚ ਜਿਹੜੇ ਡਰਾਸਟਿਕਲੀ ਗਰੋ ਕਰ ਸਕਦੇ ਨੇ। ਕੰਸਟਰਕਸ਼ਨ ਇੰਡਸਟਰੀ ਇਜ਼ ਵਨ ਇੰਡਸਟਰੀ ਜਿਹਦੇ ਵਿੱਚ ਅਸੀਂ ਡਰਾਸਟਿਕ ਜੰਪਸ ਦੇਖੇ ਨੇ। ਤੁਸੀਂ ਦੇਖੋ ਕੰਸਟਰਕਸ਼ਨ ਮਟੀਰੀਅਲਸ ਦੇ ਵਿੱਚ ਦੇਖ ਲਓ, ਕੰਸਟਰਕਸ਼ਨ ਮਟੀਰੀਅਲਸ ਵੀ ਅਵੇਲੇਬਲ ਨਹੀਂ ਸੀਗੇ, ਸ਼ਾਰਟੇजेस ਹੋ ਗਈਆਂ ਸੀ ਐਂਡ ਕੰਸਟਰਕਸ਼ਨ ਦੇ ਪ੍ਰਾਈਸਿਸ ਕਿੱਥੇ ਜੰਪ ਕਰ ਗਈਆਂ ਸੀਗੀਆਂ। ਸੋ ਜਿਹੜੇ ਕੰਸਟਰਕਸ਼ਨ ਬਿਜ਼ਨਸਿਸ ਦੇ ਵਿੱਚ ਜੌਬ ਕਰਦੇ ਪਏ ਸੀਗੇ ਜਾਂ ਜਿਹੜੇ ਆਪਣਾ ਕੰਸਟਰਕਸ਼ਨ ਦਾ ਖੁਦ ਦਾ ਬਿਜ਼ਨਸ ਕਰਦੇ ਪਏ ਸੀਗੇ, ਉਹ ਦੇ ਹੈਵ ਗਰੋਨ ਮੈਨੀਫੋਲਡ। ਬਿਲਕੁਲ। ਇਸੇ ਤਰ੍ਹਾਂ ਸਿਮਰਤ ਜੀ, ਜਿਹੜੇ ਟੇਕ ਆਊਟ ਵਾਲੇ, ਜਿਹੜੇ ਡਾਈਨ ਇਨ ਰੈਸਟੋਰੈਂਟ ਸੀਗੇ, ਉਹ ਬੜੇ ਇੰਪੈਕਟ ਹੋਏ ਸੀ। ਉਹਨਾਂ ਦਾ ਬਿਜ਼ਨਸ ਬੜਾ ਡਰਾਸਟਿਕਲੀ ਲਾਸ ਹੋਇਆ ਬਿਕੋਜ਼ ਨੋਬਡੀ ਕੁਡ ਗੈਟ ਇਨ ਐਂਡ ਉਹਨਾਂ ਨੂੰ ਲੇ ਆਫਸ ਵੀ ਕਰਨੀਆਂ ਪਈਆਂ ਆਪਣੀਆਂ। ਬਟ ਜਿਹੜੇ ਟੇਕ ਆਊਟ ਬਿਜ਼ਨਸਿਸ ਸੀਗੇ ਦੇ ਗ੍ਰੀਊ ਅਮੇਜ਼ਿੰਗਲੀ ਵੈਲ। ਐਂਡ ਈਵਨ ਤੁਸੀਂ ਪਿਜ਼ਾ ਸਟੋਰਸ ਦੀ ਗੱਲ ਕਰੋ, ਤੁਸੀਂ ਟੇਕ ਆਊਟ ਬਿਜ਼ਨਸ ਕਿਸੇ ਦੀ ਵੀ ਗੱਲ ਕਰ ਲਓ, ਐਂਡ ਅਸੀਂ ਦੇਖਿਆ ਕਿ ਡਰਾਸਟਿਕ ਬੂਮ ਦੇਖਿਆ ਉਹਨਾਂ ਬਿਜ਼ਨਸਿਸ ਦੇ ਵਿੱਚ। ਐਂਡ ਜਿਹਦੀ ਸੇਲ 1,20,000 ਦੇ ਆਸ-ਪਾਸ ਸੀਗੀ, ਉਹ ਪੌਣੇ 2 ਲੱਖ ਟੱਚ ਕਰ ਗਈ ਇਸ ਪੈਂਡੈਮਿਕ ਦੇ ਡਿਊਰਿੰਗ। ਐਂਡ ਆਈ ਡੋਂਟ ਥਿੰਕ ਸੋ ਦੇਰ ਇਜ਼ ਐਨੀ ਕਮਿੰਗ ਬੈਕ ਬਿਕੋਜ਼ ਲੋਕਾਂ ਨੇ ਬਾਹਰ ਤਾਂ ਖਾਣਾ ਹੀ ਖਾਣਾ ਆ, ਬਟ ਉਹਨਾਂ ਦੀ ਚੋਇਸਿਸ ਘੱਟ ਹੋ ਗਈਆਂ ਸੀ, ਲਿਮਿਟਡ ਹੋ ਗਈਆਂ ਸੀਗੀਆਂ ਚੀਜ਼ਾਂ। ਸੋ ਜਿਹਦੇ ਕਰਕੇ ਉਹ ਟੇਕ ਆਊਟ ਬਿਜ਼ਨਸ ਵੱਲ ਫੋਕਸ ਜ਼ਿਆਦਾ ਹੋ ਗਿਆ। ਇਸੇ ਤਰ੍ਹਾਂ ਸਿਮਰਤ ਜੀ, ਜਿਹੜੇ ਹੈਲਥ ਕੇਅਰ ਇੰਡਸਟਰੀ ਸੀਗੀ, ਉਹਦੇ ਵਿੱਚ ਡਰਾਸਟਿਕ ਜੰਪ ਆਇਆ ਬਿਕੋਜ਼ ਕੇਅਰ ਗਿਵਰਸ ਦੇ ਉੱਤੇ ਸਾਨੂੰ ਨਜ਼ਰ ਆਇਆ ਕਿ ਅਸੀਂ ਕਿਸ ਤਰ੍ਹਾਂ ਵੱਡੀ ਤਾਦਾਦ ਦੇ ਉੱਤੇ ਕੇਅਰ ਗਿਵਰਸ ਦੇ ਉੱਤੇ, ਹੈਲਥ ਸਰਵਿਸਿਜ਼, ਹੈਲਥ ਵਰਕਰਸ ਦੇ ਉੱਤੇ ਡਿਪੈਂਡੈਂਟ ਹੈਗੇ ਆ। ਸੋ ਉਹ ਜੌਬਸ ਦੇ ਵਿੱਚ ਅਸੀਂ ਬੜਾ ਜੰਪ ਦੇਖਿਆ ਹੈਗਾ। ਇਸੇ ਤਰ੍ਹਾਂ ਲੌਜਿਸਟਿਕ ਇੰਡਸਟਰੀਜ਼ ਦੇਖ ਲਓ, ਲੌਜਿਸਟਿਕ ਇੰਡਸਟਰੀ ਟਰੱਕਰਸ ਦੇ ਵਾਸਤੇ ਇਹੋ ਜਿਹੀਆਂ ਜੌਬਸ ਵਾਸਤੇ, ਬਿਕੋਜ਼ ਅਤੇ ਫਰੰਟ ਲਾਈਨ ਵਰਕਰ ਸੀਗੇ, ਸਾਡੇ ਫਰੰਟ ਲਾਈਨ ਹੀਰੋਜ਼ ਸੀਗੇ, ਈਵਨ ਨਰਸਿਸ, ਫਰੰਟ ਲਾਈਨ ਵਰਕਰਸ, ਫਰੰਟ ਲਾਈਨ ਹੀਰੋਜ਼। ਸੋ ਇਹਨਾਂ ਦੇ ਬਿਜ਼ਨਸਿਸ ਦੇ ਵਿੱਚ ਬੜਾ ਡਰਾਸਟਿਕ ਜੰਪ ਆਇਆ। ਹੁਣ ਇਸੇ ਤਰ੍ਹਾਂ ਸਿਮਰਤ ਜੀ, ਇਹ ਸਾਰੀ ਈਵਨ ਅਸੀਂ ਫਾਰਮਿੰਗ ਇੰਡਸਟਰੀ ਦੇ ਵਿੱਚ ਦੇਖੀਏ, ਫਾਰਮ ਇੱਕ ਇਹੋ ਜਿਹਾ ਬਿਜ਼ਨਸ ਸੀਗਾ, ਫਾਰਮਿੰਗ ਇੱਕ ਇਹੋ ਜਿਹਾ ਬਿਜ਼ਨਸ ਹੈ ਜਿਹਦੇ 'ਚ ਸ਼ਾਰਟੇਜ ਆਫ ਲੇਬਰ ਨੇ ਬੜਾ ਡਰਾਸਟਿਕ ਇੰਪੈਕਟ ਸ਼ੋ ਕੀਤਾ। ਸੋ ਇਹ ਬਿਜ਼ਨਸ ਨੇ ਆਹ ਦਿਖਾਤਾ ਕਿ ਅਸੀਂ ਕੈਨੇਡਾ ਦੇ ਵਿੱਚ ਇਹਨਾਂ ਛੋਟੀ ਜੌਬਸ ਅਸੀਂ ਜਿਹਨੂੰ ਸਮਝਦੇ ਹਾਂ, ਉਹਨਾਂ ਦੇ ਵਿੱਚ ਸਕੋਪ ਜ਼ਿਆਦਾ ਹੈਗਾ ਆ। ਐਂਡ ਜਿਹੜੇ ਸਾਡੇ ਬੱਚੇ ਇਸ ਇੰਡਸਟਰੀ ਦੇ ਵਿੱਚ ਜਾ ਕੇ ਤਿਆਰ ਨਹੀਂ ਹੈਗੇ। ਤੁਸੀਂ ਦੇਖੋ ਕਿ ਫਾਰਮਿੰਗ ਦੇ ਵਿੱਚ ਸਾਡੇ ਬੱਚੇ ਜਾ ਕੇ ਰਾਜ਼ੀ ਨਹੀਂ ਹੈਗੇ। ਐਂਡ ਬਟ ਇਸ ਇੰਡਸਟਰੀ ਨੇ ਇਸ ਤਰ੍ਹਾਂ ਬੂਮ ਸ਼ੋ ਕੀਤਾ ਆ, ਐਂਡ ਅਸੀਂ ਡਿਪੈਂਡੈਂਟ ਹੈਗੇ ਫੂਡ ਚੇਨ ਦੇ ਉੱਤੇ। ਜੇ ਇਹ ਫੂਡ ਚੇਨ ਨਹੀਂ ਆਣਗੇ ਤੇ ਅਸੀਂ ਖਾਵਾਂਗੇ ਕਿੱਥੋਂ? ਐਂਡ ਮੈਂ ਤਾਂ ਇੱਕੋ ਹੀ ਚੀਜ਼ ਕਹੂੰਗਾ ਜੀ, ਇਸ ਟਾਈਮ ਤੇ ਫੋਰਨ ਵਰਕਰਸ ਵਾਸਤੇ ਵੀ ਇਹਨਾਂ ਇੰਡਸਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਓਪਨਿੰਗਸ ਮੌਜੂਦ ਹੈਗੀਆਂ। ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਕਿ ਅਸੀਂ ਫੋਰਨ ਵਰਕਰਸ 'ਤੇ ਬਹੁਤ ਡਿਪੈਂਡ ਕਰਦੇ ਹਾਂ। ਐਂਡ ਹਰ ਸਾਲ ਬੜੀ ਵੱਡੀ ਤਾਦਾਦ ਦੇ ਵਿੱਚ ਵਿਜ਼ਿਟ
ਵਰਕ ਪਰਮਿਟਸ ਇਸ਼ੂ ਕੀਤੇ ਜਾਂਦੇ ਨੇ। ਐਂਡ ਕੈਨੇਡਾ 'ਚ ਆਉਣ ਵਾਸਤੇ ਦੋ ਤਰੀਕੇ ਹੈਗੇ ਨੇ, ਇੱਕ ਤੇ ਵਰਕ ਪਰਮਿਟ LMIA ਵਾਲਾ ਤਰੀਕਾ ਹੈਗਾ ਜੀ, ਇਹ ਤੇ ਦੂਸਰਾ ਹੈਗਾ ਇੱਕ LMIA ਐਗਜ਼ੈਂਪਟ ਤਰੀਕਾ, ਉਹਦੇ ਵਿੱਚ ਵੀ ਤੁਸੀਂ ਆ ਸਕਦੇ ਹੋ, ਬਟ ਉਹਦੇ ਵਿੱਚ ਕੁਝ ਡਿਫਰੈਂਟ ਕੈਟੇਗਰੀਜ਼ ਹੈਗੀਆਂ ਜਿਹੜੀ ਐਗਜ਼ਿਸਟ ਕਰਦੀਆਂ। ਚੈੱਕ ਤੁਸੀਂ ਮਨੋ ਜੀ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੀਆਂ ਜੌਬਸ ਦੀ ਆਪਾਂ ਗੱਲ ਕੀਤੀ ਆ ਵੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜਾਂ ਕੁਝ ਇਸ ਤਰ੍ਹਾਂ ਦੀ ਇੰਡਸਟਰੀ ਜਿਹਦੇ ਕੋਲ ਤੁਹਾਡੇ ਕੋਲ ਜੌਬਸ ਅਵੇਲੇਬਲ ਨੇ, ਉਹ ਵੀ ਥੋੜਾ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਹੈਲਪ ਕਰ ਸਕਦੇ ਹੋ ਉਹਦੇ ਵਿੱਚ। ਬਿਲਕੁਲ ਜੀ, ਜਿੰਨੇ ਵੀ ਕੈਨੇਡਾ ਦੇ ਵਿੱਚ ਇਸ ਟਾਈਮ ਪਹਿਲੇ ਕੈਨੇਡੀਅਨਸ ਦੀ ਗੱਲ ਕਰਦੇ ਸਿਮਰਤ ਜੀ, ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਜੇ ਤੁਸੀਂ ਹੈਗੇ ਹੋ, ਸਾਡੇ ਕੋਲ ਅੱਜ ਦੀ ਤਰੀਕ ਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਕਾਫੀ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ। ਐਂਡ ਇਹ ਓਪਨਿੰਗਸ ਦੇ ਵਿੱਚ ਯੂ ਵਿਲ ਨਾਟ ਹੈਵ ਟੂ ਸਪੈਂਡ ਅ ਸਿੰਗਲ ਡਾਈਮ ਔਰ ਸਿੰਗਲ ਸੈਂਟ। ਦਾ ਰੀਜ਼ਨ ਇਜ਼ ਕਿ ਇਹ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈਗੇ ਨੇ। ਇਹਦੇ ਵਿੱਚ ਤੁਹਾਨੂੰ ਕਲਾਸਰੂਮ ਟ੍ਰੇਨਿੰਗਸ ਦਿੱਤੀ ਜਾਏਗੀ, ਤੁਹਾਨੂੰ ਔਨ ਜੌਬ ਟ੍ਰੇਨਿੰਗਸ ਦਿੱਤੀਆਂ ਜਾਣਗੀਆਂ, ਤੁਹਾਨੂੰ ਸੇਫਟੀ ਇਕੁਇਪਮੈਂਟਸ ਦਿੱਤੇ ਜਾਣਗੇ, ਤੁਹਾਨੂੰ ਕਿਹੜੀ ਚੀਜ਼ ਦੀ ਜੌਬ ਦੇ ਵਿੱਚ ਹੈਲਪ ਹੋ ਸਕਦੀ ਹੈ ਉਹ ਵੀ ਦਿੱਤੀ ਜਾਏਗੀ ਤੇ ਦੱਸੀ ਜਾਏਗੀ। ਐਂਡ ਇਹੋ ਜਿਹੇ ਸਰਟੀਫਿਕੇਸ਼ਨਸ ਲਿੱਤੇ ਜਾਣਗੇ ਜਿਸ ਤਰ੍ਹਾਂ ਹੈਲਥ ਐਂਡ ਸੇਫਟੀ ਸਰਟੀਫਿਕੇਸ਼ਨਸ, ਉਹ ਤੁਹਾਨੂੰ ਅੱਗੇ ਕਿਸੇ ਵੀ ਜੌਬ ਦੇ ਵਿੱਚ ਕੰਮ ਆ ਸਕਦੇ ਨੇ। ਐਂਡ ਔਨ ਜੌਬ ਟ੍ਰੇਨਿੰਗ ਦਾ ਮਤਲਬ ਹੈਗਾ ਕਿ ਤੁਸੀਂ ਵੱਡੀ ਕੰਪਨੀਆਂ ਨਾਲ ਕੰਮ ਕਰੋਗੇ, ਉੱਥੇ ਜਾ ਕੇ ਸਿੱਖ ਸਕਦੇ ਹੋ, ਉਹਨਾਂ ਨਾਲ ਕੰਮ ਕਰ ਸਕਦੇ ਹੋ, ਉਹਨਾਂ ਨਾਲ ਜੌਬ ਲੈ ਸਕਦੇ ਹੋ। ਐਂਡ ਸਾਰੀ ਹਾਈ ਪੇਇੰਗ ਜੌਬਸ ਹੈਗੀਆਂ। ਐਂਡ ਜੇ ਤੁਸੀਂ ਆਪਣਾ ਸਿਰਫ ਲਰਨ ਕਰਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ। ਸੋ ਇਹ ਸਾਡੇ ਕੋਲ ਇਸ ਟਾਈਮ ਕੰਸਟਰਕਸ਼ਨ ਇੰਡਸਟਰੀ ਦੀਆਂ ਜੌਬਸ ਹੈਗੀਆਂ। ਜੇ ਤੁਸੀਂ ਕੈਨੇਡੀਅਨਸ ਹੈਗੇ ਹੋ, PR ਹੈਗੇ ਹੋ, ਸਿਟੀਜ਼ਨ ਹੈਗੇ ਹੋ, ਤੇ ਰੀਚ ਆਊਟ ਟੂ ਅਸ ਐਂਡ ਅਸੀਂ ਤੁਹਾਡੀ ਟ੍ਰੇਨਿੰਗਸ ਇਨੀਸ਼ੀਏਟ, ਤੁਹਾਡਾ CV, ਤੁਹਾਡੀ ਡਿਟੇਲਸ ਲੈ ਕੇ ਅਸੀਂ ਤੁਹਾਡੀਆਂ ਡਿਟੇਲਸ ਲੈ ਕੇ ਇਨੀਸ਼ੀਏਟ ਕਰਵਾ ਸਕਦੇ ਹਾਂ। ਐਂਡ ਤੁਸੀਂ ਰਾਈਟ ਅਵੇ ਇਨ ਨੈਕਸਟ ਵੀਕ ਤੁਸੀਂ ਆਪਣੀ ਜੌਬ ਜਾਂ ਟ੍ਰੇਨਿੰਗ ਸ਼ੁਰੂ ਕਰ ਸਕਦੇ ਹੋ। ਐਂਡ ਇਹ ਕੰਸਟਰਕਸ਼ਨ ਇੰਡਸਟਰੀ ਇੱਕ ਇਹੋ ਜਿਹੀ ਸਿਮਰਤ ਜੀ ਇੰਡਸਟਰੀ ਸੀਗੀ ਜਿਹੜੀ ਗਰੋ ਕੀਤੀ ਹੈਗੀ ਹੈ। ਤੁਸੀਂ ਦੇਖੋ ਡਰਾਈਵੇ ਵਾਲਾ ਜਿਹੜਾ ਕਰਦਾ ਪਏ ਨੇ, ਉਹਨਾਂ ਕੋਲ ਟਾਈਮ ਹੀ ਨਹੀਂ ਹੈਗੇ ਕਿ 6 ਮਹੀਨੇ ਦੀ ਅਪਾਇੰਟਮੈਂਟਸ ਦਿੱਤੀਆਂ ਹੋਈਆਂ ਉਹਨਾਂ ਨੇ। ਐਂਡ ਸੋ ਆ ਕੰਸਟਰਕਸ਼ਨ ਦੀਆਂ ਜੌਬਸ ਹੈਗੀਆਂ ਜੀ, ਡਰਾਈਵੇਜ਼ ਦੀਆਂ ਜੌਬ ਹੋ ਸਕਦੀਆਂ, ਕੰਕਰੀਟ ਫਿਨਿਸ਼ਰ ਦੀਆਂ ਜੌਬ ਹੈਗੀਆਂ। ਸੋ ਥੀਸ ਜੌਬਸ ਕੈਨ ਰੀਅਲੀ ਹੈਲਪ ਯੂ। ਇਹਦੇ ਨਾਲ ਸਾਡੇ ਕੋਲ ਹੁਣ ਜਿਹੜੇ ਫੋਰਨ ਵਰਕਰਸ ਵਾਸਤੇ ਓਪਨਿੰਗਸ ਹੈਗੀਆਂ, ਸਾਡੇ ਕੋਲ ਨਰਸਿਸ ਦੀਆਂ ਓਪਨਿੰਗਸ ਹੈਗੀਆਂ ਜੀ। ਐਂਡ ਜੇ ਤੁਹਾਡਾ ਨਰਸਿੰਗ ਦੀ ਬੈਕਗਰਾਊਂਡ ਹੈਗੀ ਹੈ, ਨਰਸਿੰਗ ਦੇ ਵਿੱਚ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੈਗਾ ਆ, ਤੁਸੀਂ BSc ਨਰਸਿੰਗ ਕੀਤੀ ਹੋਈ ਹੈ, ਜਨਰਲ GNM ਕੀਤੀਆਂ ਹੋਈਆਂ, 1 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਹੈਗਾ, ਤੁਸੀਂ ਆਪਣੀ ਡਿਟੇਲਸ ਸਾਨੂੰ ਭੇਜ ਸਕਦੇ ਹੈਗੇ ਹੋ, ਆਪਣਾ CV ਸਾਨੂੰ ਭੇਜ ਸਕਦੇ ਹੋ। ਐਂਡ ਜਦੋਂ ਤੁਸੀਂ ਆਪਣੀ ਈਮੇਲ ਕਰੋ ਸਾਨੂੰ, ਤੇ ਇੱਕ ਸਬਜੈਕਟ ਲਾਈਨ ਦੇ ਵਿੱਚ ਨਰਸਿਸ ਜੌਬਸ ਜ਼ਰੂਰ ਮੈਂਸ਼ਨ ਕਰ ਦਿਓ। ਐਂਡ ਵੀ ਮਾਈਟ ਬੀ ਏਬਲ ਟੂ ਅਸਿਸਟ ਯੂ ਔਨ ਦੈਟ ਐਜ਼ ਵੈਲ, ਬਿਕੋਜ਼ ਇਸ ਟਾਈਮ ਤੇ 12,000 ਓਪਨਿੰਗਸ ਮੌਜੂਦ ਹੈਗੀਆਂ ਕੈਨੇਡਾ ਦੇ ਅਕ੍ਰੋਸ ਸਿਮਰਤ ਜੀ। ਬਿਕੋਜ਼ ਇਹ ਇੰਡਸਟਰੀ ਇੱਕ ਇਹੋ ਜਿਹੀ ਹੈਗੀ ਆ, ਅਸੀਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਦੇਖਿਆ, ਅਸੀਂ ਘਰਾਂ ਦੇ ਵਿੱਚ ਦੇਖਿਆ ਕਿ ਸੀਨੀਅਰਸ ਦੇ ਵਿੱਚ ਵਾਸਤੇ, ਰਿਟਾਇਰਮੈਂਟ ਹੋਮਸ ਵਾਸਤੇ, ਸਾਨੂੰ ਲੌਂਗ ਟਰਮ ਕੇਅਰ ਹੋਮਸ ਵਾਸਤੇ ਸਾਨੂੰ ਵੀ ਆਰ ਇਨ ਡਰਾਸਟਿਕ ਨੀਡ ਆਫ ਥੀਸ ਪ੍ਰੋਫੈਸ਼ਨਲਸ। ਸੋ ਇਹ ਜੋ ਓਪਨਿੰਗਸ ਇਹੋ ਜਿਹੀਆਂ ਹੈਗੀਆਂ ਜੀ ਜਿੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ। ਐਂਡ ਕੰਮ ਕਰਨ ਤੋਂ ਬਾਅਦ PR ਵਾਸਤੇ ਵੀ ਕੁਆਲੀਫਾਈ ਕਰਦੇ ਹੋ। ਹੁਣ ਸਿਮਰਤ ਜੀ ਲਾਸਟ ਵੀਕ ਦੇ ਵਿੱਚ ਅਸੀਂ ਐਟਲਾਂਟਿਕ ਦੇ ਵਿੱਚ 2 ਪ੍ਰੋਵਿੰਸਿਸ ਦੇ ਡਰਾਜ਼ ਦੇਖੇ। ਨੋਵਾ ਸਕੋਸ਼ੀਆ ਦਾ ਜਿਹੜਾ ਡਰਾ ਗਿਆ, ਉਹ ਗਿਆ ਹੈਗਾ ਜੀ, ਉਹਨਾਂ ਦੇ ਐਕਸਪ੍ਰੈਸ ਐਂਟਰੀ ਦਾ ਡਰਾ ਸੀਗਾ, ਬਟ ਟ੍ਰੇਡ ਦਾ ਡਰਾ ਸੀਗਾ ਕਾਰਪੈਂਟਰਸ ਵਾਸਤੇ। ਜਿਹਦੇ ਕੋਲ ਜੌਬ ਆਫਰ ਸੀਗੀ ਉਹ ਕੁਆਲੀਫਾਈ ਹੋ ਗਿਆ। ਨਾਲ ਦੀ ਨਾਲ ਜਿਨ੍ਹਾਂ ਦੇ ਕੋਲ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਸੀਗਾ ਉਹਨਾਂ ਪ੍ਰੋਵਿੰਸਿਸ ਦੇ ਵਿੱਚ, ਉਹਨਾਂ ਵਾਸਤੇ PNP ਇਸ਼ੂ ਕੀਤੇ ਗਏ ਨੇ। ਸੋ ਆ ਜਿਹੜੀਆਂ ਜੌਬਸ ਹੈਗੀਆਂ ਜੀ, ਆ ਵੀ ਨਰਸਿਸ ਦੀਆਂ ਜੌਬਸ, ਐਟਲਾਂਟਿਕ ਪ੍ਰੋਵਿੰਸਿਸ ਦੀਆਂ ਜੌਬਸ ਹੈਗੀਆਂ। ਐਂਡ ਤੁਹਾਨੂੰ PR ਵਾਸਤੇ ਕੁਆਲੀਫਾਈ ਕਰਾ ਸਕਦੀਆਂ ਹੈਗੀਆਂ। ਤੁਸੀਂ PNP ਵਾਸਤੇ ਵੀ ਕੁਆਲੀਫਾਈ ਕਰ ਸਕਦੇ ਹੋ। ਜਿਹੜੀਆਂ ਬਾਕੀ ਪ੍ਰੋਵਿੰਸਿਸ ਦੀ ਜੌਬ ਹੈ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਵੀ ਮਿਲੇਗਾ ਐਂਡ ਜੌਬ ਆਫਰ ਦੇ ਵੀ ਤੁਹਾਨੂੰ ਪੁਆਇੰਟਸ ਮਿਲਣਗੇ, ਤੁਸੀਂ ਉੱਥੇ ਵੀ ਕੁਆਲੀਫਾਈ ਕਰ ਸਕਦੇ ਹੋ। ਸੋ ਇਹਦੇ ਨਾਲ ਸਾਡੇ ਕੋਲ ਇਸ ਟਾਈਮ ਹੌਸਪਿਟੈਲਿਟੀ ਦੀਆਂ ਵੀ ਜੌਬਸ ਮੌਜੂਦ ਹੈਗੀਆਂ ਸਿਮਰਤ ਜੀ। ਕੁਕਸ ਦੀਆਂ, ਸ਼ੈਫਸ ਦੀਆਂ, ਬੇਕਰਸ ਦੀਆਂ, ਰੈਸਟੋਰੈਂਟ ਮੈਨੇਜਰਸ ਦੀਆਂ, ਰੈਸਟੋਰੈਂਟ ਸੁਪਰਵਾਈਜ਼ਰਸ ਦੀਆਂ ਜੌਬਸ ਹੈਗੀਆਂ। ਇਹਦੇ ਨਾਲ ਸਾਡੇ ਕੋਲ ਜੌਬਸ ਹੈਗੀਆਂ ਜੀ ਹੋਟਲ ਦੀਆਂ, ਫਰੰਟ ਡੈਸਕ ਕਲਰਕਸ ਦੀਆਂ, ਫਰੰਟ ਡੈਸਕ ਸੁਪਰਵਾਈਜ਼ਰਸ ਦੀਆਂ, ਰੂਮ ਕਲੀਨਰਸ ਦੀਆਂ, ਰੂਮ ਕਲੀਨਿੰਗ ਸੁਪਰਵਾਈਜ਼ਰ ਦੀਆਂ ਪੋਜੀਸ਼ਨਸ ਅਵੇਲੇਬਲ ਹੈਗੀਆਂ। ਐਂਡ ਇਹ ਸਾਰੀਆਂ ਐਟਲਾਂਟਿਕ ਦੀਆਂ ਪੋਜੀਸ਼ਨਸ ਹੈਗੀਆਂ ਹੌਸਪਿਟੈਲਿਟੀ ਦੀਆਂ। ਐਂਡ ਇੱਥੇ ਆ ਕੇ ਤੁਹਾਡੇ ਕੋਲ ਮਿਨੀਮਮ ਗ੍ਰੇਡ 12 ਜ਼ਰੂਰ ਹੋਣਾ ਚਾਹੀਦਾ ਆ, ਤੁਹਾਡੇ ਕੋਲ IELTS ਘੱਟੋ ਘੱਟ 5 ਬੈਂਡ ਦੀ ਸਕੋਰਿੰਗ ਜ਼ਰੂਰ ਹੋਣੀ ਚਾਹੀਦੀ ਹੈ। ਐਂਡ ਤੁਸੀਂ 1 ਸਾਲ ਕੰਮ ਕਰਨ ਤੋਂ ਬਾਅਦ PNP ਵਾਸਤੇ ਵੀ ਕੁਆਲੀਫਾਈ ਕਰ ਸਕਦੇ ਹੋ। ਸੋ ਮੇਰੇ ਅਕੋਰਡਿੰਗ ਤਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਗਰੋਥ ਟੂ ਰਿਕਵਰੀ ਫॉर ਕੈਨੇਡਾ ਹੈਗੀ ਨਾ ਜੀ ਸਿਮਰਤ ਜੀ, ਉਹ ਇਮੀਗ੍ਰੈਂਟਸ ਦੇ ਉੱਤੇ ਡਿਪੈਂਡ ਕਰਦੀ ਹੈ। ਬਹੁਤ ਵੱਡੀ ਪੱਧਰ ਤੇ, ਬਹੁਤ ਵੱਡੇ ਪੱਧਰ ਤੇ, ਬਿਕੋਜ਼ ਅਸੀਂ ਕੈਨੇਡੀਅਨ ਇਕਨੋਮੀ ਸਰਵਾਈਵ ਹੀ ਨਹੀਂ ਕਰ ਸਕਦੇ ਵਿਦਆਊਟ ਫੋਰਨ ਵਰਕਰਸ ਔਰ ਦੈਟ ਕਾਈਂਡ ਆਫ ਹੈਲਪ। ਸੋ ਐਂਡ 2 ਚੀਜ਼ਾਂ ਹੈਗੀਆਂ ਕਿ ਬਿਜ਼ਨਸਮੈਨ ਨੂੰ ਹੈਲਪ ਮਿਲ ਰਹੀ ਹੈ ਐਂਡ ਜਿਹੜਾ ਐਪਲੀਕੈਂਟ ਆ ਰਿਹਾ ਉਹ PR ਵਾਸਤੇ ਇਵੈਂਚੁਅਲੀ ਕੁਆਲੀਫਾਈ ਕਰ ਰਿਹਾ ਵਿਦ ਫੈਮਿਲੀ। ਸੋ ਆ ਦੋਨੋਂ ਵਾਸਤੇ ਇਟ ਇਜ਼ ਅ ਵਿਨ-ਵਿਨ ਸਿਚੁਏਸ਼ਨ। ਅੱਛਾ ਮਨੋਜ ਜੀ, ਦੇ ਨਾਲ ਹੀ ਤੁਸੀਂ ਥੋੜੇ ਆਪਾਂ LMI ਦੀ ਤੁਸੀਂ ਗੱਲ ਸ਼ੁਰੂ ਕੀਤੀ ਸੀ, ਉਹਨੂੰ ਵੀ ਥੋੜਾ ਜਿਹਾ ਬਰੀਫ 'ਚ ਆਪਣੇ ਦਰਸ਼ਕਾਂ ਨੂੰ ਦੱਸੋ ਵੀ
ਨਾਲੇ ਤੁਹਾਡੇ ਕੋਲ ਇਹਦੇ ਵਿੱਚ ਤੁਹਾਡੇ ਕੋਲ ਜੌਬ ਓਪਨਿੰਗ ਵੀ ਆ, ਤੇ ਥੋੜਾ ਜਿਹਾ ਇਹਦਾ ਪ੍ਰੋਸੈਸ ਵੀ ਦੱਸੋ। ਬਿਲਕੁਲ ਸਿਮਰਤ ਜੀ, ਓਕੇ, ਜੌਬ ਆਫਰਸ ਜਿਹੜਾ LMIA ਦਾ ਦੋ ਪ੍ਰੋਸੈਸ ਹੈਗੇ ਨੇ ਜੀ। ਇੱਕ ਤਾਂ ਹੈਗਾ ਜੀ LMIA ਵਾਲਾ ਪ੍ਰੋਸੈਸ, ਜਿਹਨੂੰ ਅਸੀਂ ਜੌਬ ਆਫਰ ਕਹਿ ਕੇ ਕਹਿੰਦੇ ਆ ਕਿ ਤੁਸੀਂ ਆ ਸਕਦੇ ਹੋ। ਦੂਸਰਾ ਹੈਗਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ। ਸੋ ਆ ਡਿਫਰੈਂਟ। ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੌਬ ਆਫਰ LMIA ਦੀ ਲੋੜ ਨਹੀਂ ਪੈਂਦੀ, ਰਾਈਟ। ਤੁਸੀਂ ਇੱਥੇ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਪਏ ਹੋ, ਉਸ ਸੈਗਮੈਂਟ ਦੇ ਵਿੱਚ ਆਉਂਦੇ ਹੋ। ਹੁਣ ਜੇ ਅਸੀਂ LMIA ਦੀ ਗੱਲ ਕਰਦੇ ਹਾਂ, LMIA ਦੇ ਵਿੱਚ ਬਿਜ਼ਨਸਮੈਨ ਨੇ ਸਭ ਤੋਂ ਪਹਿਲਾਂ ਸ਼ੋਅ ਕਰਨਾ ਜੀ ਕਿ ਉਹਨੇ ਰਿਕਰੂਟਮੈਂਟ ਐਫਰਟਸ ਕੀਤੇ ਐਂਡ ਹੀ ਵਾਸ ਅਨਏਬਲ ਟੂ find a suitable candidate in Canada। ਜਦੋਂ ਉਹਨੂੰ ਕੈਂਡੀਡੇਟ ਨਹੀਂ ਮਿਲਦਾ ਤੇ ਉਹ ਗਵਰਨਮੈਂਟ ਦੇ ਕੋਲ ਜਾ ਸਕਦਾ ਕਿ ਆਈ ਵਾਸ ਲੁਕਿੰਗ ਫॉर ਥੀਸ ਡਿਟੇਲਸ, ਥੀਸ ਜੌਬ ਡਿਊਟੀਜ਼, ਥੀਸ ਸਪੈਸੀਫਿਕ ਟ੍ਰੇਡਸ, ਇਸ ਤਰ੍ਹਾਂ ਦੀ ਮੈਨੂੰ ਜੌਬ ਰਿਸਪੌਂਸਿਬਿਲਿਟੀਜ਼ ਚਾਹੀਦੀਆਂ ਸੀਗੀਆਂ, ਉਹ ਮੈਨੂੰ ਨਹੀਂ ਮਿਲ ਪਾ ਰਿਹਾ, ਸੋ ਮੈਨੂੰ ਫੋਰਨ ਵਰਕਰ ਨੂੰ ਲਿਆ ਕੇ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ। ਸੋ ਉਹਦੇ ਵਾਸਤੇ ਪੂਰਾ ਰਿਕਰੂਟਮੈਂਟ ਐਫਰਟ ਹੁੰਦਾ ਹੈ ਜਿਹੜਾ ਤੁਸੀਂ ਪਹਿਲੇ ਪੂਰਾ ਫੋਲੋ ਕਰਦੇ ਹੋ, ਐਂਡ ਤੁਹਾਡੀ ਐਡਵਰਟਾਈਜ਼ਮੈਂਟਸ ਵਗੈਰਾ ਘੱਟੋ ਘੱਟ 4 ਹਫ਼ਤੇ ਚੱਲਦੀਆਂ। ਉਸ ਤੋਂ ਬਾਅਦ ਸਰਵਿਸ ਕੈਨੇਡਾ ਦੇ ਕੋਲ ਐਪਲੀਕੇਸ਼ਨ ਜਾਂਦੀ ਹੈ ਐਂਡ ਆਫਿਸਰ ਐਟ ਦਾ ਸਰਵਿਸ ਕੈਨੇਡਾ ਡੇ ਡਿਸਾਈਡ ਕਿ ਤੁਸੀਂ ਐਫਰਟਸ ਰਿਕਰੂਟਮੈਂਟ ਜਿਹੜੇ ਕੀਤੇ ਉਹ ਠੀਕ ਕੀਤੇ ਜਾਂ ਨਹੀਂ ਕੀਤੇ, ਕਿਹੜੇ ਵੈਬਸਾਈਟ ਤੇ ਤੁਸੀਂ ਪੋਸਟ ਕੀਤੀ, ਜੌਬ ਬੈਂਕ ਤੇ ਪੋਸਟ ਕੀਤੀ, ਇੰਡੀਜਨਸ ਪੀਪਲ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ, ਨਿਊ ਕਮਰਸ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਉਹ ਸੈਲਰੀ ਦੇ ਵਿੱਚ ਉਹ ਲੋ ਪੇਇੰਗ ਜੌਬ ਹੈ, ਲੋ ਪੇਇੰਗ ਜੌਬ ਵੀ ਘੱਟੋ ਘੱਟ $14-15 ਦੀਆਂ ਹੈਗੀਆਂ ਜੀ। ਸੋ ਜੇ $24 ਤੋਂ ਘੱਟ ਜੌਬ ਹੈ ਤੇ ਉਹਦੇ ਵਾਸਤੇ ਤੁਹਾਨੂੰ ਐਕਸਟਰਾ ਐਫਰਟਸ ਕਰਨੇ ਪੈਂਦੇ ਆ। ਫਿਰ ਵੀ ਜੇ ਤੁਹਾਨੂੰ ਕੈਂਡੀਡੇਟ ਨਹੀਂ ਮਿਲਦਾ, ਦੈਨ ਯੂ ਗੋ ਟੂ ਸਰਵਿਸ ਕੈਨੇਡਾ ਕਿ ਮੈਨੂੰ ਕੈਂਡੀਡੇਟ ਨੂੰ ਐਜ਼ ਕੈਂਡੀਡੇਟ ਸਿਲੈਕਟ ਕੀਤਾ ਹੈ, ਆ ਪ੍ਰੋਸੀਜਰ ਫੋਲੋ ਕੀਤਾ ਸੀਗਾ, ਆ ਇੰਟਰਵਿਊਜ਼ ਕੀਤੀਆਂ ਹੈਗੀਆਂ, ਸੋ ਆਈ ਹੈਵ ਸ਼ਾਰਟ ਲਿਸਟਡ ਦਿਸ ਕੈਂਡੀਡੇਟ। ਸੋ ਫਿਰ ਆਫਿਸਰ ਜਦੋਂ ਉਹ ਤੁਹਾਡੇ ਐਫਰਟਸ ਤੋਂ ਜਸਟੀਫਾਈ ਹੁੰਦਾ ਆ ਕਿ ਤੁਸੀਂ ਆਪਣੇ ਐਫਰਟਸ ਕੀਤੇ, ਦੈਨ ਦੇ ਇਸ਼ੂ ਯੂ ਆ LMIA ਵਿਚ ਇਜ਼ ਕਾਲਡ ਅ ਪੋਜ਼ਿਟਿਵ ਜੌਬ ਆਫਰ। ਉਸ ਤੋਂ ਬਾਅਦ ਤੁਹਾਡੀ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗਦੀ ਹੈਗੀ। ਸੋ ਤਕਰੀਬਨ 2 ਤੋਂ 2.5 ਮਹੀਨਿਆਂ ਦਾ ਪ੍ਰੋਸੈਸ ਹੈਗਾ ਜੀ ਪੂਰਾ LMIA ਦਾ ਪ੍ਰੋਸੈਸਿੰਗ ਦਾ। ਐਂਡ ਉਸ ਤੋਂ ਬਾਅਦ ਵਰਕ ਪਰਮਿਟ, ਹੁਣ ਵਰਕ ਪਰਮਿਟ ਜਿਹੜੇ ਪਿਛਲੇ ਬੈਕਲੌਗ ਸੀਗਾ ਉਹ ਕਲੀਅਰ ਹੋਣਾ ਸ਼ੁਰੂ ਹੋ ਗਿਆ ਸਿਮਰਤ ਜੀ। ਸੋ ਹੁਣ ਨਵੀਆਂ ਐਪਲੀਕੇਸ਼ਨਸ ਐਬਸੋਲੂਟਲੀ ਅਗਰ ਪੁਰਾਣੇ ਟਾਈਮ ਤੇ ਆ ਜਾਣਗੇ ਬੜੀ ਜਲਦੀ, 8 ਤੋਂ 12 ਹਫ਼ਤਿਆਂ ਦਾ ਟਾਈਮ ਲੱਗਦਾ ਸੀਗਾ। ਸੋ ਵੀ ਵਿਲ ਬੀ ਬੈਕ ਔਨ ਟਰੈਕ। ਸੋ ਦੂਸਰਾ ਪ੍ਰੋਗਰਾਮ ਹੈਗਾ ਜੀ ਇੰਟਰਨੈਸ਼ਨਲ ਮੋਬਿਲਿਟੀ, ਜਿਹਦੇ ਵਿੱਚ ਜਿਹੜਾ ਤੁਸੀਂ ਬਿਜ਼ਨਸ ਬੈਕ ਹੋਮ ਕਰ ਰਹੇ ਹੋ, ਜੇ ਤੁਸੀਂ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਬੇਸਿਸ ਦੇ ਉੱਤੇ ਵਰਕ ਪਰਮਿਟ ਤੁਹਾਨੂੰ ਮਿਲ ਸਕਦਾ ਹੈਗਾ। ਸੋ ਇੱਥੇ ਆ ਕੇ ਫਿਰ ਤੁਸੀਂ ਆਪਣਾ ਬਿਜ਼ਨਸ ਐਕਸਪੈਂਡ ਕਰ ਸਕਦੇ ਹੋ। ਇਸੇ ਤਰ੍ਹਾਂ ਜਿਹੜੇ ਡਿਪੈਂਡੈਂਟ ਵਰਕ ਪਰਮਿਟਸ ਆਉਂਦੇ ਉਹ ਵੀ IMP ਦੇ ਵਿੱਚ ਕੁਆਲੀਫਾਈ ਕਰਦੇ ਨੇ। NAFTA ਰਿਲੇਟਡ ਜਿਹੜੇ ਵਰਕ ਪਰਮਿਟਸ ਹੈਗੇ ਨੇ ਉਹ ਵੀ ਇਹਦੇ ਵਿੱਚ ਫਾਲ ਕਰਦੇ ਨੇ। ਸੋ ਕਾਫੀ ਸਾਰੇ ਪ੍ਰੋਗਰਾਮਸ ਹੈਗੇ ਨੇ ਇਸ ਟਾਈਮ ਜਿਹੜੇ ਫੋਰਨ ਵਰਕਰਸ ਵਾਸਤੇ ਅਵੇਲੇਬਲ ਹੈਗੇ ਨੇ, ਐਂਡ ਕੈਨੇਡੀਅਨ EMPLOYERS ਵਾਸਤੇ ਵੀ ਅਵੇਲੇਬਲ ਹੈਗੇ ਨੇ। ਸੋ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਯੂ ਕੈਨ ਆਲਵੇਜ਼ ਰੀਚ ਅਸ ਐਟ 9054612424। ਐਂਡ ਖਾਸ ਕਰ ਸਾਡੇ ਅੱਜ ਦੀ ਤਰੀਕ ਦੇ ਵਿੱਚ ਕੰਸਟਰਕਸ਼ਨ ਜਿਹੜੇ ਕੈਨੇਡੀਅਨਸ ਹੈਗੇ ਨੇ ਉਹਨਾਂ ਵਾਸਤੇ ਸਾਡੇ ਕੋਲ ਕੰਸਟਰਕਸ਼ਨ ਦੀਆਂ ਜੌਬਸ ਅਵੇਲੇਬਲ ਹੈ, ਜਿੱਥੇ ਤੁਹਾਨੂੰ ਕੰਪਲੀਟ ਟ੍ਰੇਨਿੰਗ ਫ੍ਰੀ ਆਫ ਕਾਸਟ ਦਿੱਤੀ ਜਾਏਗੀ ਐਂਡ ਤੁਹਾਨੂੰ ਆਉਣ ਜਾਣ ਦਾ ਈਵਨ ਫੇਅਰ ਵੀ ਰੀਇੰਬਰਸ ਕੀਤਾ ਜਾਏਗਾ। ਤੁਹਾਨੂੰ ਸੇਫਟੀ ਇਕੁਇਪਮੈਂਟਸ ਲੈਣੇ ਹੈਗੇ ਨੇ ਉਹ ਵੀ ਤੁਹਾਨੂੰ ਰੀਇੰਬਰਸ ਕੀਤੇ ਜਾਣਗੇ EMPLOYER ਵੱਲੋਂ ਗਵਰਨਮੈਂਟ ਫੰਡਡ ਪ੍ਰੋਗਰਾਮ ਦੇ ਵਿੱਚ। ਐਂਡ ਇਸੇ ਤਰ੍ਹਾਂ ਤੁਹਾਨੂੰ ਜੌਬਸ ਦੇ ਵਿੱਚ ਔਨ ਸਾਈਡ ਟ੍ਰੇਨਿੰਗ ਹੋਏਗੀ ਐਂਡ ਤੁਸੀਂ ਉੱਥੇ ਜਾ ਕੇ ਕੰਮ ਵੀ ਸਟਾਰਟ ਕਰ ਸਕਦੇ ਹੋ ਰਾਈਟ ਅਵੇ। ਸੋ ਦਿਸ ਇਜ਼ ਅ ਗੁੱਡ ਐਡਵਾਂਟੇਜ। ਤੁਸੀਂ ਐਕਸਪੀਰੀਅੰਸ ਲੈ ਕੇ ਆਪਣਾ ਬਿਜ਼ਨਸ ਕੱਲ੍ਹ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ, ਦਿਸ ਵਿਲ ਬੀ ਵੈਰੀ ਹੈਲਪਫੁਲ ਫॉर ਯੂ। ਐਂਡ ਦੂਜੀ ਜਿਹੜਾ ਹੈਗਾ ਸਾਡੇ ਕੋਲ ਜੌਬਸ ਹੈਗੀਆਂ ਜੀ ਇਸ ਟਾਈਮ ਤੇ ਨਰਸਿੰਗ ਪ੍ਰੋਗਰਾਮਸ ਦੇ ਵਿੱਚ ਹੈਗੀਆਂ। ਨਰਸਿੰਗਸ ਦੇ ਵਿੱਚ ਲੌਂਗ ਟਰਮ ਕੇਅਰ ਹੋਮਸ ਦੀਆਂ ਜੌਬਸ ਹੈਗੀਆਂ। ਐਂਡ ਜੇ ਤੁਹਾਡੇ ਕੋਲ ਨਰਸਿੰਗ ਦਾ ਐਕਸਪੀਰੀਅੰਸ ਹੈਗਾ, ਰੀਚ ਆਊਟ ਟੂ ਅਸ ਐਂਡ ਸਬਜੈਕਟ ਲਾਈਨ ਦੇ ਵਿੱਚ ਨਰਸਿਸ ਲਿਖੋ ਐਂਡ ਵੀ ਵਿਲ ਬੀ ਏਬਲ ਟੂ ਅਸਿਸਟ ਯੂ ਐਂਡ ਹੈਵ ਯੂ ਇੰਟਰਵਿਊਡ ਬਾਏ ਦਾ EMPLOYER। ਐਂਡ ਇੱਥੇ ਤੁਸੀਂ ਆ ਕੇ ਬਾਅਦ ਚੋਂ PR ਵਾਸਤੇ ਵੀ ਕੁਆਲੀਫਾਈ ਕਰ ਸਕਦੇ ਹੋ। ਨਾਲ ਦੀ ਨਾਲ ਜਿਹੜੀਆਂ ਜੌਬਸ ਹੈਗੀਆਂ ਹੌਸਪਿਟੈਲਿਟੀ ਸੈਕਟਰ ਦੀਆਂ, ਜੇ ਕੁੱਕ, ਸ਼ੈਫ, ਬੇਕਰ, ਹੋਟਲ ਸੁਪਰਵਾਈਜ਼ਰ, ਕਲੀਨਰਸ ਦਾ ਐਕਸਪੀਰੀਅੰਸ ਹੈਗਾ, ਫਰੰਟ ਡੈਸਕ ਦਾ ਐਕਸਪੀਰੀਅੰਸ ਹੈਗਾ, ਤੇ ਆ ਵੀ ਜੌਬਸ ਤੁਹਾਡੇ ਵਾਸਤੇ ਹੈਗੀਆਂ। ਐਂਡ ਤੁਸੀਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਵੀ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਬਿਕੋਜ਼ ਜਿੰਨੇ ਵੀ EMPLOYERS ਹੈਗੇ ਨੇ PNP ਕੁਆਲੀਫਾਈਡ ਹੈਗੇ ਨੇ ਜੀ। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਆਪਣਾ ਆਫਿਸ ਦਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ। ਬਿਲਕੁਲ ਸਿਮਰਤ ਜੀ, ਸਾਡਾ ਈਮੇਲ ID ਹੈਗਾ ਜੀ info@icc'immigration.ca। ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000 6478509000। ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਜਿਹੜੀ ਬੜੀ ਮੁੱਢਲੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ। ਥੈਂਕ ਯੂ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫ਼ਤੇ ਫਿਰ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।